ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਧੰਨ ਵਾਹਿਗੁਰੂ ਜੀ ਗੌੜੀ ਬੈਰਾਗਣ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿ ਜੁਗ ਸਤਿ ਤੇਤਾ ਜੱਗੀ, ਦੁਆਪਰ ਪੂਜਾ ਚਾਰ। ਤੀਨੋਂ ਜੁਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ। ਸਤ ਜੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਚਾਰ। ਤੀਨੋਂ ਜੁਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ। ਪਾਰ ਕੈਸੇ ਪਾਏ ਬੋਰੇ, ਮੋਸੋਂ ਕੋ ਨਾ ਕਹਿ ਸਮਝਾਏ। ਜਾਂ ਤੇ ਆਵਾ ਗਵਨ ਬਿਲਾਏ, ਰਹਾਉ ਬਹੁ ਬਿਧ ਧਰਮ ਨਿਰੂਪੀਐ। ਕਰਤਾ ਦੀਸੈ ਸਭ ਲੋਏ, ਕਵਨ ਕਰਮ ਤੇ ਛੂਟੀਐ। ਜਿਹ ਸਾਧੇ ਸਭ ਸਿਧ ਹੋਏ, ਕਰਮ ਅਕਰਮ ਵਿਚਾਰੀਐ। ਸ਼ੰਕਾ ਸੁਨ ਬੇਦ ਪੁਰਾਨ, ਸੰਸਾ ਸਦ ਹਿਰਦੈ ਬਸੈ। ਕੌਣ ਹਿਰੈ ਅਭਿਮਾਨ,
ਬਾਹਰ ਉਦਕ ਪਖਾਰੀਐ, ਘਟ ਭੀਤਰ ਬਿਬਿਧ ਵਿਕਾਰ। ਸ਼ੁੱਧ ਕਵਨ ਪਰ ਹੋਏ ਬੋ, ਸੋਚ ਕੁੰਚਰ ਬਿਦ ਵਿਵਹਾਰ। ਰਵ ਪ੍ਰਗਾਸ ਰਜਨੀ ਜਥਾ ਗਤ, ਜਾਨਤ ਸਭ ਸੰਸਾਰ। ਪਾਰਸ ਮਾਨੋ ਤਾਂਬੋ ਛੂਏ, ਕਨਕ ਹੋਤ ਨਹੀਂ ਬਾਰ। ਪਰਮ ਪਰਸ ਗੁਰ ਭੇਟੀਐ, ਪੂਰਬ ਲਿਖਤ ਲਿਲਾਟ। ਉਨ ਮਨ 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 ਹੀ ਮਿਲੇ, ਛੁਟਕਤ ਬਜਰ ਕਪਾਟ। ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਵਿਕਾਰ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਅਨਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਭ੍ਰਮ ਫਾਸ। ਪ੍ਰੇਮ ਭਗਤ ਨਹੀਂ ਉਪਜੈ, ਤਾਂ ਤੇ ਰਵਿਦਾਸ ਉਦਾਸ। ਅਨਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਭ੍ਰਮ ਫਾਸ। ਪ੍ਰੇਮ ਭਗਤ ਨਹੀਂ ਉਪਜੈ, ਤਾਂ ਤੇ ਰਵਿਦਾਸ ਉਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਸਿੰਘਾਸਨ ਦੇ ਮਾਲਕ ਬਾਣੀ ਕੇ ਬੋਹਿਥ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਜ਼ਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੁਭਾਈਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਦਰਬਾਰ ਵਿੱਚ ਪਹੁੰਚ ਕੇ ਜਿੱਥੇ ਆਪ ਜੀ ਨੇ ਮਹਿਬੂਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਸੀਸ ਪਾਵਨ ਕੀਤਾ ਹੈ, ਉੱਥੇ ਆਪ ਜੀ ਨੇ ਗੁਰੂ ਚਰਨਾਂ 'ਚ ਬਰਾਜ ਕੇ ਗੁਰਮੁਖ ਪਿਆਰਿਆਂ ਦੀ ਮੁਬਾਰਕ ਰਸਨਾ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਵੀ ਲਾਹੇ ਪ੍ਰਾਪਤ ਕੀਤੇ ਹਨ। ਹਜ਼ੂਰ ਆਪ ਸਾਰੀਆਂ ਸੰਗਤਾਂ ਦੀਆਂ ਤਨ ਮਨ ਧਨ ਕਰਕੇ ਕੀਤੀਆਂ ਹੋਈਆਂ ਸੇਵਾਵਾਂ, ਅਰਪਣ ਕੀਤੀਆਂ ਹੋਈਆਂ ਭੇਟਾਵਾਂ ਆਪਣੇ ਦਰ ਕਬੂਲ ਫਰਮਾਉਣ। ਸਭਨਾਂ ਦੀਆਂ ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਹੋਣ। ਨਾ ਚੀਜ਼ ਸੇਵਾਦਾਰ ਦੀ ਗੁਰੂ ਚਰਨਾਂ ਵਿੱਚ ਐਸੀ ਜਾਤੀ ਅਰਦਾਸ ਵੀ ਹੈ ਜੀ। ਸਨਮਾਨਯੋਗ ਸਾਧ ਸੰਗਤ ਜੀ, ਫਿਰ ਆਪ ਜੀ ਨੂੰ ਵਿਦਿਤ ਕਰਾ ਦਿਆਂ, ਨਿਕਟ ਭਵਿੱਖ ਵਿੱਚ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਇਸ ਅਸਥਾਨ ਦੀ ਸੰਗਤ ਦੇ ਸੁਝਾਅ ਤੇ ਪ੍ਰਬੰਧਕਾਂ ਦੇ ਉਦਮ ਸਦਕਾ ਭਗਤ ਰਵਿਦਾਸ ਸਾਹਿਬ ਜੀ ਦੇ ਜਨਮ ਦਿਨ ਤੱਕ ਉਹਨਾਂ ਦੇ 40 ਸ਼ਬਦਾਂ ਦੀ ਕ੍ਰਮਵਾਰ ਲੜੀਵਾਰ ਵਿਆਖਿਆ ਕੀਤੀ ਜਾਏਗੀ। ਇਸ ਅਧੀਨ ਆਪ ਜੀ ਨੇ ਹੁਣੇ ਗੌੜੀ ਬੈਰਾਗਣ, ਕਿਉਂਕਿ ਗੌੜੀ ਦੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਕਿਸਮ ਨਹੀਂ, ਗੌੜੀ ਕਈ ਪ੍ਰਕਾਰ ਦੀ ਹੈ। ਉਹਦੇ ਵਿੱਚੋਂ ਗੌੜੀ ਬੈਰਾਗਣ ਸਰਲੇਖ ਹੇਠ 8 ਪਦਿਆਂ ਦਾ ਇੱਕ
ਵਿਸਤ੍ਰਿਤ ਸ਼ਬਦ ਵੱਡੇ ਆਕਾਰ ਦੇ ਸ਼ਬਦ ਦਾ ਪਾਠ ਬੜੀ ਸ਼ਰਧਾ ਸ਼ਿੱਦਤ ਔਰ ਇਕਾਗਰਤਾ ਸਹਿਤ ਸਰਵਣ ਕੀਤਾ। ਬਾਣੀ ਸਾਰੀ ਹੀ ਸਤਿਕਾਰਯੋਗ ਏ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਵਾਲੀ ਗੱਲ ਏ। ਪਰ ਜਿਸ ਤਰ੍ਹਾਂ ਅਸੀਂ ਬਾਜ਼ਾਰ ਵਿੱਚੋਂ ਕੋਈ ਫਲ ਖਰੀਦਨੇ ਆ, ਕਿਆ ਬਾਤ ਹੈ, ਕਿਸੇ ਫਲ ਨੂੰ ਅਸੀਂ ਖਰੀਦ ਕੇ ਔਰ ਪਕੜ ਕੇ ਸਿੱਧਾ ਛਕਣਾ ਸ਼ੁਰੂ ਕਰ ਦਿੰਦੇ ਹਾਂ, ਪਰ ਕਿਸੇ ਫਲ ਨੂੰ ਖਰੀਦ ਕੇ ਉਹਦਾ ਛਿਲਕਾ ਹਟਾਉਣਾ ਪੈਂਦਾ, ਫਿਰ ਉਹਨੂੰ ਛਕਿਆ ਜਾਂਦਾ ਹੈ। ਇਸ ਤਰ੍ਹਾਂ ਗੁਰਬਾਣੀ ਦੇ ਕੁਝ ਸ਼ਬਦ ਜਿਹੜੇ ਸੁਤੇ ਸਿੱਧੀ ਸਮਝ ਗੋਚਰੇ ਹੁੰਦੇ ਨੇ, ਪਰ ਕੁਝ ਸ਼ਬਦ ਜਿਨ੍ਹਾਂ ਨੂੰ ਥੋੜ੍ਹਾ ਜਿਹਾ, ਖਿਮਾ ਕਰਨਾ ਗੱਲ ਸਮਝਣ ਲਈ ਮੈਂ ਸ਼ਬਦ ਵਰਤਾਂ, ਜਿਨ੍ਹਾਂ ਨੂੰ ਥੋੜ੍ਹਾ ਜਿਹਾ ਖੋਲ੍ਹਣਾ ਪੈਂਦਾ ਹੈ। ਤੋ ਖਾਸ ਕਰਕੇ ਇਸ ਸ਼ਬਦ ਦਾ ਪਹਿਲਾ ਪਦਾ ਦੂਜਾ ਪਦਾ ਇਸ ਤਰ੍ਹਾਂ ਦੀ ਥੋੜਾ ਪੇਚੀਦਾ ਗੁੰਝਲ ਹੈ ਜਿਸ ਨੂੰ ਅਤਿਅੰਤ ਖੋਲ੍ਹਣ ਦੀ ਜ਼ਰੂਰਤ ਹੈ। ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਸੇਵਾਦਾਰ ਤੁਹਾਡੇ ਚਰਨਾਂ 'ਚ ਤੁੱਛ ਬੁੱਧੀ ਅਨੁਸਾਰ ਆਪਣੇ ਚੇਤੇ ਦੀ ਚੰਗੇਰ 'ਚੋਂ ਕੁਝ ਵਣਗੀਆਂ ਅਰਜ਼ ਕਰੇ। ਇਸ ਤੋਂ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਆਓ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਸਾਰੀ ਸੰਗਤ ਪਿਆਰ ਭਿੱਜ ਇਕੱਠੇ ਹੋ ਕੇ ਕਰੋ ਉਚਾਰਨ ਅਤੇ ਆਖੋ ਜੀ ਸਤਨਾਮ ਸ੍ਰੀ। ਫਿਰ ਕਿਰਪਾ ਕਰੋ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਵਿਚਾਰਧੀਨ ਸ਼ਬਦ ਜਿਸ ਦੇ ਆਰੰਭਕ ਬੋਲ ਹਨ ਸਤਿਯੁਗ ਸਤ, ਜੇ ਇੰਜ ਥੋੜਾ ਵਿਸ਼ਰਾਮ ਦੇ ਦੇ ਕੇ ਪਾਠ ਕਰੀਏ ਤੇ ਭਾਵ ਜ਼ਿਆਦਾ ਸਪਸ਼ਟ ਹੁੰਦੇ ਨੇ, ਜਿਸ ਤਰ੍ਹਾਂ ਦਾਸ ਆਪ ਜੀ ਦੇ ਸਾਹਮਣੇ ਪਾਠ ਕਰੇਗਾ। ਸਤਿਯੁਗ ਸਤ ਤੇਤਾ ਜਗੀ, ਫਿਰ ਵਿਸ਼ਰਾਮ। ਦੁਆਪਰ ਪੂਜਾ ਚਾਰ, तीनों युग तीनों दिड़े, फिर कट्ठा कहना है कल केवल नाम आधार। क्योंकि हिंदू शास्त्रां अनुसार ਵੱਖ-ਵੱਖ ਯੁੱਗਾਂ ਵਿੱਚ ਧਰਮ ਦੀ ਪਰਿਭਾਸ਼ਾ ਵੀ ਵੱਖ-ਵੱਖ ਨਿਰੂਪਣ ਕੀਤੀ ਗਈ, ਦੱਸੀ ਗਈ। ਯੁੱਗ ਕਿਹੜੇ? ਸਤਯੁਗ, त्रेता, ਦੁਆਪਰ ਤੇ ਕਲਯੁਗ। ਕਹਿੰਦੇ ਵੀ ਸਤਯੁਗ ਵਿੱਚ ਧਰਮ ਦੀ ਪਰਿਭਾਸ਼ਾ ਇਹ ਹੈ ਕਿ ਮਨੁੱਖ ਸੱਤ ਦੇ ਅਰਥ ਹੁੰਦੇ ਨੇ। ਗੁਰਬਾਣੀ ਵਿੱਚ ਸੱਤ ਦੇ ਅਰਥ 100 ਵੀ ਕੀਤੇ ਗਏ ਨੇ। ਸੱਤ ਦੇ ਅਰਥ ਸੱਤਿਆ, ਨਾ ਨਾਸ਼ ਹੋਣ ਵਾਲਾ ਵੀ ਕੀਤੇ ਗਏ ਨੇ, ਔਰ ਸੱਤ ਦੇ ਅਰਥ 7 ਵੀ ਕੀਤੇ ਗਏ ਨੇ। ਈਵਨ ਸੱਤ ਦੇ ਅਰਥ ਦਾਨ ਵੀ ਕੀਤੇ ਗਏ ਨੇ। ਸੱਤ ਇੱਕ ਵਚਨ, ਸਤੀਆਂ ਬਹੁਵਚਨ। ਸਤੀਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ। ਇੱਥੇ ਸਤੀਆਂ ਦਾਨੀਆਂ, ਜਦੋਂ ਕਹਿੰਦੇ ਨੇ ਵੀ ਸਤੀਆਂ ਇਹ ਨਾ ਆਖੀਆਂ ਜੇ ਮੜੀਆਂ ਲੱਗ ਜਲਨ, ਉਹ ਹੋਰ ਸਤੀਆਂ। ਇੰਜ ਬੜੇ ਭੇਤ ਨੇ, ਪਰ ਜੇ ਦਿਲਚਸਪੀ ਹੋਵੇ ਤੋ ਖੈਰ ਇੱਥੇ ਜਿਹੜਾ ਸਤ ਸ਼ਬਦ ਸਤਯੁਗ ਦੇ ਨਾਲ ਆਇਆ, ਇਹਦੇ ਅਰਥ ਨੇ ਦਾਨ। ਸ਼ਾਸਤਰ ਇਹ ਗੱਲ ਕਹਿੰਦੇ ਨੇ ਵੀ ਸਤਯੁਗ ਵਿੱਚ ਧਰਮ ਇਹ ਹੀ ਸੀ ਵੀ ਕੋਈ ਬੰਦਾ ਆਪਣੀ ਕਮਾਈ ਕਰਕੇ ਉਹਦੇ ਵਿੱਚੋਂ ਲੋੜਵੰਦ ਨੂੰ ਦਾਨ ਕਰਦਾ, ਉਹਦਾ ਧਰਮ ਪੂਰਾ ਹੋ ਗਿਆ, ਉਹ ਧਰਮੀ ਹੋ ਗਿਆ, ਉਹਦਾ ਜੀਵਨ ਸਫਲ ਹੋ ਗਿਆ। ਸਤਯੁਗ ਵਿੱਚ ਇੰਨੀ ਕੁ ਧਰਮ ਦੀ ਪਰਿਭਾਸ਼ਾ। ਕਹਿੰਦੇ ਭਗਤ ਰਵਿਦਾਸ ਸਾਹਿਬ ਮਹਾਰਾਜ ਵੀ ਤੁਸੀਂ ਕਹਿੰਦੇ ਹੋ ਸਤਯੁਗ ਸੱਤ ਤੇਤਾ ਜੱਗੀ, ਜੱਗ ਕਰਨੇ। ਹੁਣ ਜੱਗ ਜਿਹੜੇ ਨੇ ਉਹ ਕਈ ਕਿਸਮ ਦੇ ਨੇ, ਹਰੇਕ ਜੱਗ ਦੇ ਕਰਨ ਦਾ ਤਰੀਕਾ ਵੱਖਰਾ। ਜੇ ਮੈਂ ਉਹਨਾਂ ਨੂੰ ਐਕਸਪਲੇਨ ਕਰਨ ਲੱਗ ਪਵਾਂ ਨਾ ਤੇ ਮੇਰਾ ਖਿਆਲ ਹੈ ਅੱਜ ਦੇ ਸਮੇਂ 'ਚ ਅਸੀਂ ਉਹਨਾਂ ਨੂੰ ਵੀ ਐਕਸਪਲੇਨ ਨਹੀਂ ਕਰ ਸਕਦੇ, ਪਰ ਟੂਕ ਮਾਤਰ ਹਵਨ ਕਰਨੇ, ਜੱਗ ਕਰਨੇ, ਉਹਨਾਂ ਹਵਨਾਂ 'ਚ ਘੋੜਿਆਂ ਨੂੰ ਝਟਕਾ ਕੇ ਉਹਨਾਂ ਦੇ ਸਿਰ ਵਿੱਚ ਪਾਣੇ, ਜਾਂ ਗੈਂਡਾ ਮਾਰ ਹੋਮ ਜਗ ਕੀਆ ਦੇਵਤਿਆਂ ਕੀ ਬਾਣੇ ਇਤਿਆਦ।
तो त्रेते युग ਦੇ ਵਿੱਚ ਸ਼ਾਸਤਰ ਕਹਿੰਦੇ ਨੇ ਵੀ ਧਰਮ ਦੀ ਪਰਿਭਾਸ਼ਾ ਇੰਨੀ ਸੀ ਵੀ ਮਨੁੱਖ ਜਗ ਕਰੇ ਤੇ ਜਗ ਕਰਾਏ। ਦੁਆਪਰ ਪੂਜਾਚਾਰ, ਦੇਵਤਿਆਂ ਦੀ ਪੂਜਾ। ਸਤਜੁਗ ਵਿੱਚ ਦਾਨ, ਤ੍ਰੇਤੇ ਵਿੱਚ ਜਗ, ਦੁਆਪਰ 'ਚ ਦੇਵਤਿਆਂ ਦੀ ਪੂਜਾ। ਹੁਣ ਉਚੇਚਾ ਕੰਨ ਤੇ ਮਨ ਦਿਆ ਜੇ, ਇਹ ਸਾਡੀ ਵਿਚਾਰ ਦਾ ਬੇਸ ਹੈ। ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਤੀਨੋਂ ਯੁੱਗ ਤੀਨੋਂ ਦਿੜੇ। ਤੁਸੀਂ ਇਹਨਾਂ ਤਿੰਨਾਂ ਯੁੱਗਾਂ ਵਿੱਚ ਵੱਖ-ਵੱਖ ਤਿੰਨ ਪਰਿਭਾਸ਼ਾਵਾਂ ਦ੍ਰਿੜ ਕਰ ਦਿੱਤੀਆਂ, ਨਿਰੂਪਣ ਕਰ ਦਿੱਤੀਆਂ, ਨਿਸ਼ਚਿਤ ਕਰ ਦਿੱਤੀਆਂ ਵੀ ਧਰਮ ਦੀ ਪਰਿਭਾਸ਼ਾ ਸਤਜੁਗ ਵਿੱਚ ਦਾਨ ਹੈ, ਦੁਆਪਰ 'ਚ ਦੇਵਤਿਆਂ ਦੀ ਪੂਜਾ ਹੈ ਤੇ ਤ੍ਰੇਤੇ ਵਿੱਚ ਜਗ ਹੈ। ਹੁਣ ਜਿੱਥੇ ਸਾਨੂੰ ਭੁਲੇਖਾ ਪੈਂਦਾ, ਕਿਉਂਕਿ ਨਾਮ ਅਭਿਆਸ ਦੀ ਗੱਲ, ਸਿਮਰਨ ਦੀ ਗੱਲ ਤੇ ਗੁਰਮਤਿ ਵਿੱਚ ਪ੍ਰਧਾਨ ਵਿਸ਼ਾ, ਇਸ ਵਾਸਤੇ ਜਦੋਂ ਭਗਤ ਜੀ ਨੇ ਕਿਹਾ ਨਾ ਵੀ ਤੀਨੋਂ ਯੁੱਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ, ਤੇ ਆਮ ਤੌਰ ਤੇ ਅਸੀਂ ਸਮਝਨੇ ਆ ਵੀ ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਸਤਜੁਗ ਵਿੱਚ ਧਰਮ ਦੀ ਪਰਿਭਾਸ਼ਾ ਦਾਨ ਸੀ, ਤ੍ਰੇਤੇ ਵਿੱਚ ਜਗ ਸੀ, ਦੁਆਪਰ 'ਚ ਦੇਵਤਿਆਂ ਦੀ ਪੂਜਾ ਹੈ। ਇਹ ਤਿੰਨਾਂ ਯੁੱਗਾਂ ਵਿੱਚ ਇਹ ਤਿੰਨ ਧਰਮ ਦੀਆਂ ਪਰਿਭਾਸ਼ਾਵਾਂ ਨੇ ਤੇ ਕਲਯੁਗ ਵਿੱਚ ਨਾਮ ਆਧਾਰ ਹੈ। ਇੰਜ ਮੇਰੇ ਵੀਰ ਅਰਥ ਕਰਦੇ ਨੇ। ਪਰ ਸਮੱਸਿਆ ਇੱਕ ਹੋਰ ਖੜੀ ਹੁੰਦੀ ਹੈ। ਇਹ ਸਾਰੇ ਪਦੇ ਦਾ ਪਾਠ ਕਰਨ ਤੋਂ ਬਾਅਦ ਭਗਤ ਰਵਿਦਾਸ ਜੀ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਇਹ ਜਿਹੜੇ ਉਪਰੋਕਤ 4 ਤਰੀਕੇ ਤੁਸੀਂ ਦੱਸੇ ਨੇ, ਇਹਨਾਂ ਦੇ ਸੰਬੰਧ ਵਿੱਚ ਉਹ ਬਿਲਕੁਲ ਐਲਾਨੀਆ ਔਰ ਬਿਲਕੁਲ ਪਾਰਦਰਸ਼ਤਾ ਦੇ ਨਾਲ ਕਹਿੰਦੇ ਨੇ ਪਾਰ ਕੈਸੇ ਪਾਏ ਬੋ ਰੇ। ਇਹਨਾਂ ਚੋਂ ਕੋਈ ਇੱਕ ਤਰੀਕਾ ਅਪਣਾ ਕੇ ਭਵਸਾਗਰ ਤੋਂ ਪਾਰ ਕਿਵੇਂ ਹੋਵੋਗੇ, ਪਾਰ ਨਹੀਂ ਹੋ ਸਕੋਗੇ। ਮੋਹ ਕੋ ਕੋਊ ਨਾ ਕਹੇ ਸਮਝਾਏ, ਜਾਂ ਤੇ ਆਵਾਗਮਨ ਬੁਲਾਏ। ਕੋਈ ਤੁਹਾਡੇ ਚੋਂ ਮੇਰੀ ਖਾਤਰ ਨਹੀਂ ਕਰ ਸਕਿਆ, ਤਸੱਲੀ ਨਹੀਂ ਕਰ ਸਕਿਆ ਜਿਹਦੇ ਨਾਲ ਮੇਰਾ ਆਉਣ ਜਾਣ ਦਾ ਸਿਲਸਿਲਾ ਖਤਮ ਹੋ ਜਾਏ, ਆਵਾਗਮਨ ਮਿਟ ਜਾਏ, ਜਨਮ ਮਰਨ ਤੋਂ ਰਹਿਤ ਹੋ ਜਾ। ਇਹ ਤੇ ਗੱਲ ਬਣੀ ਨਹੀਂ। ਇਹਨਾਂ ਚੌਹਾਂ ਵਿੱਚੋਂ ਤੁਹਾਡੇ ਨਾਲ ਮੈਂ ਚਰਚਾ ਕਰਕੇ ਵੇਖ ਲਈਏ, ਕੋਈ ਵੀ ਬੰਦਾ ਐਕਸਪਲੇਨ ਨਹੀਂ ਕਰ ਸਕਿਆ, ਤਸੱਲੀ ਨਹੀਂ ਕਰ ਸਕਿਆ, ਖਾਤਰ ਨਹੀਂ ਕਰ ਸਕਿਆ, ਝੰਡ ਨਹੀਂ ਪਾ ਸਕਿਆ ਵੀ ਰਵਿਦਾਸ ਇਹਦੇ ਨਾਲ ਵਾਕਿਆ ਹੀ ਆਵਾਗੁਣ ਬੁਲਾ ਸਕਦਾ, ਇਹਨਾਂ ਨਾਲ ਆਵਾਗੁਣ ਨਹੀਂ ਬੁਲਾ ਸਕਦਾ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਸਾਰੀ ਗੁਰਬਾਣੀ ਨਾਮ ਨੂੰ ਆਧਾਰ ਮੰਨਦੀ ਹੈ। ਸਾਚਾ ਨਾਮ ਮੇਰਾ ਆਧਾਰੋ, ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਔਰ ਹਜ਼ਾਰਾਂ ਪ੍ਰਮਾਣ ਜਿਹਦੇ ਚ ਨਾਮ ਨੂੰ ਆਸਰਾ ਦੱਸਿਆ ਗਿਆ। ਫਿਰ ਇੱਥੇ ਕਿਉਂ ਭਗਤ ਜੀ ਡਿਫਰੈਂਟ ਗੱਲ ਕਰਦੇ ਨੇ? ਤੇ ਥੋੜਾ ਜਿਹਾ ਸਮਝਣ ਵਾਲਾ ਨੁਕਤਾ ਹੈ। ਦਰਅਸਲ ਜਿਹੜਾ ਇੱਥੇ ਨਾ ਕਲ ਕੇਵਲ ਨਾਮ ਆਧਾਰ, ਇਹਦੇ ਅਰਥ ਇਹ ਨਾਮ ਨਹੀਂ ਜਿਹੜੇ ਗੁਰੂ ਵਾਲੇ ਬਣ ਕੇ ਤੁਸੀਂ ਨਾਮ ਜਪਦੇ ਹੋ। ਉਹਨਾਂ ਨੇ ਕਲਯੁਗ ਵਿੱਚ ਕੀ ਕੀਤਾ? ਕਲਯੁਗ ਵਿੱਚ 2 ਗੱਲਾਂ ਮਸ਼ਹੂਰ ਚੱਲਦੀਆਂ ਨੇ ਤੇ ਚਲਾਈਆਂ, ਰਾਮ ਤੇ ਕ੍ਰਿਸ਼ਨ। ਇਹ 2 ਪੈਗੰਬਰ, 2 ਅਵਤਾਰ ਜਿਹੜੇ ਨੇ, ਇਹਨਾਂ ਦੀ ਜ਼ਿਆਦੀ ਪੂਜਾ ਹੁੰਦੀ ਹੈ। ਔਰ ਭਗਤ ਰਵਿਦਾਸ ਜੀ ਸਤਜੁਗ ਵਿੱਚ ਨਹੀਂ ਹੋਏ, ਤ੍ਰੇਤੇ ਜਾਂ ਦੁਆਪਰ 'ਚ ਨਹੀਂ ਹੋਏ, ਉਹ ਇਸੇ ਯੁੱਗ ਵਿੱਚ ਹੋਏ ਨੇ। ਜੇ ਯੁੱਗਾਂ ਦੀ ਵੰਡ ਨੂੰ ਥੋੜੀ ਦੇਰ ਮੰਨ ਲਿਆ ਜਾਏ, ਵੈਸੇ ਤਾਂ ਗੁਰਬਾਣੀ ਕਹਿੰਦੀ ਹੈ ਵੀ ਸਹੀ ਚੰਦ ਚੜ੍ਹੇ ਸੇ ਤਾਰੇ ਸਹੀ ਦਿਨੀਅਰ ਤਪਤ ਰਹਿ ਸਾ ਧਰਤੀ ਸਾ ਪੌਣ ਚਲਾ ਰਿਹਾ। ਯੁੱਗ ਜੀ ਖੇਲਾ ਥਾਮ ਕੈਸੇ? ਨਾ ਤੇ ਸੂਰਜ ਬਦਲਦਾ ਹੈ, ਨਾ ਤਾਰੇ ਬਦਲਦੇ ਨੇ, ਨਾ ਪੌਣ ਬਦਲਦੀ ਹੈ, ਨਾ ਪਾਣੀ ਬਦਲਦਾ, ਨਾ ਧਰਤੀ ਬਦਲਦੀ ਹੈ, ਨਾ ਪਹਾੜ ਬਦਲਦੇ ਨੇ, ਨਾ ਦਰਖਤ ਬਦਲਦੇ ਨੇ, ਨਾ ਮੈਦਾਨੀ ਇਲਾਕਾ ਬਦਲਦਾ। ਫਿਰ ਯੁੱਗ ਕਿਵੇਂ ਬਦਲ ਗਿਆ? ਸਭ ਕੁਝ ਤੇ ਜਿਉਂ ਦਾ ਤਿਉਂ ਚੱਲ ਰਿਹਾ। ਦਰਅਸਲ ਗੱਲ ਇਹ ਹੈ ਬਈ ਕਲਯੁੱਗ ਦੀ ਪਰਿਭਾਸ਼ਾ ਇਹ ਹੈ, ਹੋਵੇ ਪ੍ਰਵਾਣਾ ਕਰੇ ਧਿਆਣਾ ਕਲ ਲਖਣ ਵਿਚਾਰ। ਹੋ ਸਕਦਾ ਜਿੱਥੇ ਤੁਸੀਂ ਬੈਠੇ ਉੱਥੇ ਸਤਜੁਗ ਹੈ, ਤੁਹਾਡੇ ਤੋਂ 500 ਗਜ ਦੀ ਦੂਰੀ ਤੇ ਕਿਤੇ ਕਲਯੁੱਗ ਦਾ ਦੌਰ ਚੱਲ ਰਿਹਾ। ਜਿੱਥੇ ਕੋਈ ਸੱਤਾਧਾਰੀ, ਕੋਈ ਸ਼ਕਤੀ ਵਾਲਾ ਬੰਦਾ, ਤਾਕਤਵਰ ਬੰਦਾ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਕਿਸੇ ਨੂੰ ਸਤਾਏ, ਕਹਿੰਦੇ ਨੇ ਉਹਨਾਂ ਕੁ ਸਮਾਂ ਉੱਥੇ ਕਲਯੁੱਗ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਹੀ ਕਲਯੁੱਗ ਹੈ। ਜਾਂ ਇੱਕ ਘੜੀ ਨਾ ਮਿਲਤੇ ਤਾਂ कलयुग होता। तो कलयुग की परिभाषा बिल्कुल डिफरेंट है। खैर, दरअसल जिथे भगत रविदास जी पहले पदे च कहते ना कल केवल नाम आधार,
ਤੇ ਇਹ ਰਾਮ ਨਾਮ ਜਪਣ ਤੇ ਜ਼ੋਰ ਦਿੰਦੇ, ਪਰ ਪਤਾ ਕਿਹੜਾ ਰਾਮ? ਜਿਹੜਾ ਦਸ਼ਰਥ ਦਾ ਲੜਕਾ ਰਾਮ ਹੈ। ਹੁਣ ਗੁਰਮਤ ਦਸ਼ਰਥ ਦੇ ਮੁੰਡੇ ਦਾ ਨਾਮ ਜਪਣ ਦੀ ਪ੍ਰੇਰਨਾ ਨਹੀਂ ਕਰਦੀ। ਸਾਡਾ ਦਸ਼ਰਥ ਦੇ ਮੁੰਡੇ ਨਾਲ ਕੋਈ ਜਾਤੀ ਜਮਾਤੀ ਵਿਰੋਧ ਵੀ ਨਹੀਂਗਾ, ਪਰ ਅਸੀਂ ਉਸ ਰਾਮ ਦੇ ਪੁਜਾਰੀ ਨਹੀਂ। ਅਸੀਂ ਉਸ ਰਾਮ ਦੇ ਪੁਜਾਰੀ ਹਾਂ ਜਿਹੜਾ ਰਮਿਆ ਹੋਇਆ ਹੈ, ਜਿਹੜਾ ਜ਼ਰੇ ਜ਼ਰੇ ਵਿੱਚ व्यापक है। एक राम दशरथ का बेटा, एक राम घट घट मैं देखा। असी घट घट मैं देखा वाले राम दे पुजारी हां। इत्थे भगत रविदास साहब महाराज यही साडा जिहड़ा भरम है उहनूं थोड़ा पारदर्शिता दे नाल साडे सामने पेश करते हैं। लोड़ है भगत रविदास जी दे शब्द तो मार्गदर्शन लैण दी। आप जी कहंदे ने धार्मिक शास्त्रां वालिओ, ए ब्राह्मण लोगो, ए पंडित लोगो, जिहड़ी तुहाडी विचारधारा है भी सतयुग विच दान करना धर्म है, त्रेते विच जग करना धर्म है, द्वापर विच देवतियां दी पूजा ते कलयुग विच राम दा नाम जपना, मैं इन्हां चौहां तरीकिਆਂ चों किसी तरीके नाल भी सहमत नहीं। हुण ਉਹ ਕੀ ਕਹਿੰਦੇ ਨੇ, ਇਹ ਲਗਾਤਾਰ ਧਿਆਨ ਨਾਲ ਸੁਣੋਗੇ ਤੇ ਇਸੇ ਸ਼ਬਦ ਦੇ ਅਖੀਰ 'ਚ ਜਾ ਕੇ ਉਹ ਆਪਣਾ ਮਤ ਦੱਸਣਗੇ। ਇੱਥੇ ਮੈਂ ਇੱਕ ਬੇਨਤੀ ਕਰਦਿਆਂ, ਮੈਂ ਕੱਲ ਪਰਸੋਂ ਵੀ ਕੀਤੀ ਸੀ, ਤੁਸੀਂ ਕਿਸੇ ਬੱਸ ਦੇ ਉੱਤੇ ਯਾਤਰਾ ਕਰਨ ਜਾ ਰਹੇ ਹੋ, ਧਰਮ ਸਥਾਨ ਤੇ ਬੱਸ ਜਾ ਰਹੀ, ਉਹਦੇ ਅੱਗੇ ਕੱਪੜੇ ਦਾ ਬੈਨਰ ਲੱਗਾ ਹੈ, ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲੱਗੈ ਕਾਈ, ਬ੍ਰੈਕਟ 'ਚ ਲਿਖਿਆ ਸਿੱਧ ਗੋਸ਼ਟ ਸ਼੍ਰੀ ਗੁਰੂ ਨਾਨਕ ਦੇਵ ਜੀ। ਹੁਣ ਇਹਦੇ ਅਰਥ ਤੇ ਇਹੀ ਬਣਦੇ ਨੇ ਵੀ ਤੀਰਥਾਂ ਤੇ ਨਾਈਏ ਤੇ ਸੁੱਖ ਪ੍ਰਾਪਤ ਹੁੰਦਾ, ਮੈਲ ਨਹੀਂ ਲੱਗਦੀ। ਪਰ ਜਦੋਂ ਡੀਪ ਜਾਓਗੇ ਉੱਥੇ ਤੁਸੀਂ ਵੇਖੋਗੇ ਵੀ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਨਾਲ ਗੋਸ਼ਟ ਹੋ ਰਹੀ ਹੈ। ਸਿੱਧ ਆਪਣਾ ਸਿਧਾਂਤ ਦੱਸਦੇ ਨੇ, ਗੁਰੂ ਨਾਨਕ ਸਾਹਿਬ। ਇਹ ਪੰਕਤੀ ਜਿਹੜੇ ਸਿੱਧਾਂ ਨੇ ਵਿਚਾਰ ਦਿੱਤੇ, ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੇ ਵਿਚਾਰ ਨੂੰ ਆਪਣਾ ਕਾਵਿ ਰੂਪ ਦਿੱਤਾ ਸਾਨੂੰ ਸਮਝਾਉਣ ਲਈ ਵੀ ਮੈਨੂੰ ਸਿੱਧਾਂ ਨੇ ਇਦਾਂ ਕਿਹਾ, ਮੈਂ ਸਿੱਧਾਂ ਨੂੰ ਅੱਗੋਂ ਇਦਾਂ ਕਿਹਾ। ਹੁਣ ਕੇਵਲ ਉਸ ਪੰਕਤੀ ਨੂੰ ਆਧਾਰ ਬਣਾ ਕੇ ਤੁਰ ਪੈਣਾ ਗੁਰਮਤ ਨਹੀਂ ਗੀ। ਉਦਾਹਰਨ ਵਜੋਂ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ। ਵਿਆਈ ਸ਼ਬਦ ਹੈ ਨਾ ਜਿਹੜਾ, ਵਾਵੇ ਨੂੰ ਹੁਸ਼ਿਆਰੀ ਐੜਾ ਕੰਨਾ ਈੜੀ ਬਿਆਰੀ, ਇਹਦੇ ਅਰਥ ਹੁੰਦੇ ਨੇ ਪ੍ਰਸੂਤ ਹੋਣਾ। ਅੱਜ ਕੱਲ੍ਹ ਦੀ ਬੋਲੀ ਤੁਸੀਂ ਡਿਲੀਵਰੀ ਕਹਿ ਦਿੰਦੇ ਹੋ। ਪ੍ਰਸੂਤ ਹੋਣਾ ਮਤਲਬ ਬਿਲਕੁਲ ਸਪਸ਼ਟ ਮੈਂ ਬੇਨਤੀ ਕਰਾਂ ਵੀ ਕਿਸੇ ਮਾਂ ਦਾ ਬੱਚੇ ਨੂੰ ਜਨਮ ਦੇਣ ਦੀ ਕਿਰਿਆ ਦਾ ਜਿਹੜਾ ਉਹ ਸਾਰਾ ਸਿਲਸਿਲਾ, ਉਹਨੂੰ ਪ੍ਰਸੂਤ ਹੋਣਾ ਕਹਿੰਦੇ। ਮਹਾਰਾਜ ਕਹਿੰਦੇ ਨੇ ਤੁਸੀਂ ਕਹਿੰਦੇ ਵੀ ਇੱਕ ਮਾਈ ਜੁਗਤੀ ਨਾਲ ਪ੍ਰਸੂਤ ਹੋਈ, ਉਹਨੇ ਵਾਰੀ-ਵਾਰੀ 3 ਚੇਲਿਆਂ ਨੂੰ ਜਨਮ ਦਿੱਤਾ। ਫਿਰ ਤੁਸੀਂ ਕਹਿੰਦੇ ਹੋ ਇੱਕ ਪੈਦਾ ਕਰਦਾ ਹੈ, ਇੱਕ ਪਰਵਰਿਸ਼ ਕਰਦਾ ਹੈ, ਇੱਕ ਮਾਰ ਕੇ ਉਹਨਾਂ ਦਾ ਹਿਸਾਬ ਕਿਤਾਬ ਕਰਦਾ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਨਾ ਕਿ तीनों ਵੇਸ। ਉੱਥੇ ਉਹ ਉੱਪਰ ਹਿੰਦੂਇਜ਼ਮ ਦੇ ਸਿਧਾਂਤ ਨੂੰ ਦੱਸਦੇ ਨੇ ਵੀ ਤੁਹਾਡਾ ਸਿਧਾਂਤ ਇੰਜ ਕਹਿੰਦਾ ਵੀ ਏਕਾ ਮਾਈ ਜੁਗਤ ਵਿਆਈ 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਮੇਰਾ ਸਿਧਾਂਤ ਇਹ ਹੈ ਵੀ ਜਿਵ ਤਿਸ ਭਾਵੈ ਤਿਵੈ। ਆਸਾ ਕੀ ਵਾਰ ਚੋ ਜਿਹੜਾ ਸ਼ਲੋਕ ਹੈ, ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਵਾਂ ਵਿੱਚ ਬੰਦੀ ਵੇਖਣ ਕੋ ਦੀਦਾਰ। ਫਿਰ ਹਿੰਦੂਆਂ ਦਾ ਸਿਧਾਂਤ ਦੱਸਦੇ ਨੇ, ਫਿਰ ਦੂਜੇ ਦਾ, ਫਿਰ ਤੀਜੇ ਦਾ, ਫਿਰ ਅਖੀਰ ਜਾ ਕੇ ਕਹਿੰਦੇ ਨੇ ਨਾਨਕ ਭਗਤਾਂ ਭੁੱਖ ਸਲਾਨ ਸੱਚ ਨਾਮ ਆਧਾਰ। ਮੁਸਲਮਾਨ ਦਾ ਹੈ ਧਰਮ ਹੈ, ਦੂਜੇ ਦਾ ਹੈ, ਤੀਜੇ ਦਾ ਹੈ, ਚੌਥੇ ਦਾ ਹੈ, ਮੇਰਾ ਧਰਮ ਐ ਵੇ। ਇੱਥੇ ਵੀ ਲਗਭਗ ਕੁਝ ਇਸ ਸਟਾਈਲ ਨਾਲ ਭਗਤ ਰਵਿਦਾਸ ਜੀ ਗੱਲ ਕਰ ਰਹੇ ਨੇ ਵੀ ਤੁਸੀਂ ਕਹਿੰਦੇ ਹੋ ਸਤਜੁਗ ਵਿੱਚ ਦਾਨ, त्रेते विच जग, द्वापर च देवतियां दी पूजा ते कलयुग विच राम दा नाम भाव अयोध्या निवासी राम दा। मैं कहना वा इन्हां चौहां तरीकिਆਂ चों कोई भी तरीका अपना के जां चारे सेम टाइम अपना के कोई बंदा भवसागर तो पार नहीं हो सकता। पार कैसे पाए बो रे मोसों को ना कहे समझाए, जां ते आवागण बिलाए। जिहदे नाल आउण जाण दा सिलसिला खत्म हो जाए। इन्हां चौहां तरीकिਆਂ चों कोई तरीका नहीं। फिर की तरीका है? भगत जी अगे जाके बख्शिश करनगे। आओ ध्यान बख्शो। बहुविध धर्म निरूपीय करता दिसै सब लोए, कवन कर्म ते छूटीए जे साधे सब सिद्ध होए। तुसी कई तरीकों का धर्म निरूपण कर दिता। धर्म दियां कई परिभाषावां लिख दित्तियां ने भगत रविदास जी। पंडियां नाल, वेदांत नाल, पुराणा नाल, उपनिषदां नाल मैनूं खिमा करना सहमत नहीं गे। उन्हां दा अपना मत है, उन्हां दी अपनी विचारधारा है और वो ऐलानिया कहते ने कि बहुविध धर्म निरूपी है। बड़ियां तरीकों का तुसी धर्म निरूपण किया।
ਕਰਤਾ ਦੀਸੈ ਸਭ ਲੋਏ। ਅਕਾਲ ਪੁਰਖ ਵਾਹਿਗੁਰੂ ਤੇ ਸਾਰੀਆਂ ਥਾਵਾਂ ਤੇ ਹੈ। ਇਹ ਦੱਸੋ ਵੀ ਕਮਨ ਕਰਮ ਤੇ ਛੁੱਟੀ ਹੈ, ਉਹ ਕਿਹੜਾ ਕਰਮ ਹੈ ਜਿਹਦੇ ਨਾਲ ਆਵਾਗਾਉਣ ਬੁਲਾ ਜਾਏ, ਸਾਡਾ ਛੁਟਕਾਰਾ ਹੋ ਜਾਏ। ਤੁਹਾਡੇ ਇਹਨਾਂ ਚੌਹਾਂ ਤਰੀਕਿਆਂ ਵਿੱਚੋਂ ਤੇ ਕੋਈ ਤਰੀਕਾ ਵੀ ਛੁਟਕਾਰਾ ਨਹੀਂ ਕਰਾ ਸਕਦਾ। ਜੇ ਸਾਧ ਹੈ ਸਭ ਸਿੱਧ ਹੋਏ, ਜਿਹਨੂੰ ਕਰਨ ਨਾਲ ਸਫਲਤਾ ਮਿਲ ਜਾਏ, ਸਿੱਧ ਦੇ ਅਰਥ ਕਾਮਯਾਬੀ, ਉਹ ਤਰੀਕਾ ਮੈਨੂੰ ਦੱਸੋ ਨਾ। ਜੈਸੇ ਜਿਹੜੇ ਤੁਸੀਂ ਤਰੀਕੇ ਦੱਸਦੇ ਹੋ ਤੇ ਸਫਲ ਨਹੀਂ ਗਏ। ਫਿਰ ਆਪ ਜੀ ਕਹਿੰਦੇ ਨੇ ਕਰਮ ਅਕਰਮ ਵਿਚਾਰੀਐ ਸ਼ੰਕਾ ਸੁਣ ਵੇਦ ਪੁਰਾਣ। ਹੱਦ ਹੋ ਗਈ ਏ। ਵੇਦਾਂ ਦਾ ਪਾਠ ਕਰਕੇ, ਵੇਦਾਂ ਦਾ ਪਾਠ ਸੁਣ ਕੇ ਸ਼ੰਕੇ ਨਿਵਰਤ ਹੋਣੇ ਚਾਹੀਦੇ ਸਨ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਬਈ ਤੁਹਾਡੇ ਵੇਦਾਂ ਨੂੰ ਪੜ੍ਹ ਕੇ ਸ਼ੰਕੇ ਘਟ ਨਹੀਂ ਰਹੇ, ਉਲਟੇ ਮੇਰੇ ਸ਼ੰਕੇ ਤੇ ਵੱਧ ਰਹੇ ਨੇ। ਕਿਹੜਾ ਕੰਮ ਕਰਨਾ ਚਾਹੀਦਾ ਹੈ, ਕਿਹੜਾ ਕੰਮ ਨਹੀਂ ਕਰਨਾ ਚਾਹੀਦਾ, ਇਹਦੇ ਵਿੱਚ ਹੀ ਸਮਾਂ ਲੰਘਦਾ ਜਾ ਰਿਹਾ, ਵਕਤ ਜ਼ਾਇਆ ਹੁੰਦਾ ਜਾ ਰਿਹਾ। ਔਰ ਮੈਂ ਅੱਜ ਤੱਕ ਡਿਸਾਈਡ ਨਹੀਂ ਕਰ ਸਕਿਆ ਤੁਹਾਡੇ ਗ੍ਰੰਥ ਪੜ੍ਹ ਕੇ ਵੀ ਮਨੁੱਖ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਕਰਮ ਕਰਨਯੋਗ ਕੰਮ, ਅਕਰਮ ਨਾ ਕਰਨਯੋਗ ਕੰਮ। ਭਗਤ ਰਵਿਦਾਸ ਸਾਹਿਬ ਦੇ ਬੋਲ ਧਿਆਨ ਨਾਲ ਸੁਣਿਓ। ਕਰਮ ਅਕਰਮ ਵਿਚਾਰੀਐ ਸ਼ੰਕਾ ਸੁਣ ਵੇਦ ਪੁਰਾਣ। ਵੇਦਾਂ ਨੂੰ ਪੁਰਾਣਾਂ ਨੂੰ ਸੁਣ ਕੇ ਸ਼ੰਕੇ ਵੱਧਦੇ ਨੇ, ਸ਼ੰਕੇ ਘਟਦੇ ਨਹੀਂ। ਬਸ ਇਹਨਾਂ ਕੋ ਪਤਾ ਲੱਗਦਾ ਵੀ ਆਹ ਕੰਮ ਕਰਨਾ ਚਾਹੀਦਾ ਹੈ ਤੇ ਆਹ ਕੰਮ ਨਹੀਂ ਕਰਨਾ ਚਾਹੀਦਾ। ਬੜੀ ਲੰਬੀ ਫਰਿਸ਼ਤੇ ਲਿਸਟ, ਬੜੀ ਲੰਬੀ ਹੈ, ਸੂਚੀ ਬੜੀ ਲੰਬੀ ਹੈ। ਇਸ ਵਾਸਤੇ ਸੰਸਾ ਸਦ ਹਿਰਦੈ ਬਸੈ, ਸਹਿਮ ਬਣਿਆ ਰਹਿੰਦਾ। ਅੰਦਰੋਂ ਸੈਂਸਾ ਨਹੀਂ ਜਾਂਦਾ ਪਾਠ ਕਰਕੇ ਵੇਦਾਂ ਦਾ। ਜਿੰਨਾ ਪੜ੍ਹਨੇ ਆ ਉਹਨਾਂ ਸੰਸਾ ਵੱਧਦਾ ਹੈ। ਹਾਏ ਮੇਥੋਂ ਕੋਈ ਭੁੱਲ ਨਾ ਹੋ ਜਾਏ, ਕੋਈ ਨਾ ਕਰਨ ਜੋ ਕੰਮ ਮੇਥੋਂ ਹੋ ਨਾ ਜਾਏ, ਕੋਈ ਕਰਨਯੋਗ ਕੰਮ ਮੇਥੋਂ ਰਹਿ ਨਾ ਜਾਏ। ਕਿਉਂਕਿ ਭਗਤ ਰਵਿਦਾਸ ਜੀ ਦਾ ਜਨਮ ਦਿਨ ਹੈ। ਕਿਆ ਬਾਤ ਹੈ। ਅਭਿਨੰਦਨ ਕਰਨ ਦਾ ਤਰੀਕਾ ਕੀ ਹੈ? ਜਿਸ ਮਹਾਂਪੁਰਸ਼ ਨੂੰ ਅਸੀਂ ਮੰਨਣੇ ਆ, ਸਤਿਕਾਰ ਕਰਨੇ ਆ, ਉਹਦੀ ਗੱਲ ਮੰਨਣੀ ਚਾਹੀਦੀ ਹੈ। ਉਹਦੀ ਗੱਲ ਮੰਨਣ ਲਈ ਪਹਿਲਾਂ ਉਹਦੀ ਗੱਲ ਸੁਣਨੀ ਪੈਗੀ ਔਰ ਉਹਦੀ ਗੱਲ ਸਮਝਣੀ ਪੈਗੀ। ਕਰਮ ਅਕਰਮ ਵਿਚਾਰੀਐ ਸ਼ੰਕਾ ਸੁਨ ਵੇਦ ਪੁਰਾਨ। ਸੰਸਾ ਸਦ ਹਿਰਦੈ ਬਸੈ। ਹਿਰਦੇ ਵਿੱਚ, ਦਿਲ ਵਿੱਚ ਸੰਸਾ ਵਸਦਾ ਹੀ ਰਹਿੰਦਾ, ਬਾਹਰ ਨਹੀਂ ਨਿਕਲਦਾ। ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਕੌਣ ਹਿਰੈ ਅਭਿਮਾਨ। ਇਹ ਸਾਰੇ ਕੰਮ ਕਰਨ ਨਾਲ ਅੰਦਰੋਂ ਹੰਕਾਰ ਖਤਮ ਨਹੀਂ ਹੋਇਆ, ਹੰਕਾਰ ਬਣਿਆ ਰਹਿੰਦਾ ਹੈ। ਕਿਹੜਾ ਤਰੀਕਾ ਹੈ ਜਿਹਦੇ ਨਾਲ ਜੀਵਨ ਸਫਲ ਹੋ ਜਾਏ, ਪਾਰ ਉਤਾਰਾ ਹੋ ਜਾਏ? ਤੁਹਾਡੇ ਇਹਨਾਂ ਕੰਮਾਂ ਚੋਂ ਕੋਈ ਕੰਮ ਕੀਤਿਆਂ ਵੀ ਜੀਵਨ ਸਫਲ ਨਹੀਂ ਹੋ ਸਕਦਾ। ਬਾਹਰ ਉਦਕ ਪਖਾਰੀ ਹੈ, ਘਟ ਭੀਤਰ ਬਿਬਦ ਵਿਕਾਰ। ਫਿਰ ਤੁਸੀਂ ਤੀਰਥ ਇਸ਼ਨਾਨ ਦੇ ਉੱਤੇ ਬੜਾ ਜ਼ੋਰ ਦਿੰਦੇ ਹੋ। ਤੀਰਥਾਂ ਤੇ ਜਾ ਕੇ ਮਨੁੱਖ ਆਪਣੇ ਸਰੀਰ ਨੂੰ ਪਾਣੀ ਨਾਲ ਧੋਂਦਾ ਹੈ, ਪਰ ਸਿਰਫ ਬਾਹਰੋਂ, ਅੰਦਰੋਂ ਤੇ ਨਹੀਂ ਨਾ ਧੋਂਦਾ। ਪਰ ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਘਟ ਭੀਤਰ ਦਿਲ ਵਿੱਚ ਵਿਵਿਧ ਨਾਨਾ ਪ੍ਰਕਾਰ ਦੇ, ਕਈ ਪ੍ਰਕਾਰ ਦੇ ਕੀ ਵਕਾਰ। ਬਾਹਰ ਉਦਕ ਪਖਾਰੀ ਹੈ, ਘਟ ਭੀਤਰ ਵਿਵਿਧ ਵਕਾਰ। ਔਰ ਜ਼ਿਆਦਾਤਰ ਲੋਕ ਇਹੀ ਕਰਦੇ ਨੇ। ਮੈਂ ਕਈ ਵਾਰ ਅਰਜ਼ ਕਰਨਾ ਹੁੰਦਾ ਵੀ ਬੜੀ ਜਲਦੀ ਹੋਵੇ ਨਾ, ਬਰਤਨ ਗੰਦਾ ਹੋਵੇ, ਵਰਤਣਾ ਹੋਵੇ ਨਾ, ਤੇ ਜਿਹਨੇ ਵਰਤਣਾ ਉਹ ਕਹੇ ਜੀ ਛੇਤੀ ਕਰੋ, ਕਾਹਲੀ ਏ, ਦੇਰ ਹੋ ਰਹੀ ਏ। ਅਸੀਂ ਅੰਦਰੋਂ ਸਾਫ਼ ਕਰ ਦਿੰਦੇ ਹਾਂ, ਕਹਿੰਦੇ ਅੰਦਰੋਂ ਸਾਫ਼ ਕਰ ਦਿੱਤਾ, ਚੱਲ ਕੋਈ ਗੱਲ ਨਹੀਂ, ਬਾਹਰੋਂ ਨਹੀਂ ਵੀ ਤੈਨੂੰ ਜਲਦੀ ਹੈ ਤੇ ਲੈ ਜਾ। ਇਹ ਨਹੀਂ ਕਰਦੇ ਵੀ ਬਾਹਰੋਂ ਕਰ ਦਿੱਤਾ ਤੇ ਅੰਦਰੋਂ ਗੰਦਾ ਹੈ ਤੇ ਲੈ ਜਾਣਾ। ਅੰਦਰੋਂ ਸਾਫ਼ ਹੈ, ਬਾਹਰੋਂ ਥੋੜਾ ਨਹੀਂ ਵੀ ਸਾਫ਼ ਤੇ ਚੱਲੇਗਾ, ਪਰ ਅੰਦਰੋਂ ਗੰਦਾ ਹੈ, ਬਾਹਰੋਂ ਸਾਫ਼ ਹੈ, ਮੈਨੂੰ ਖਿਮਾ ਕਰਨਾ।